अज्ञान गवाया दूजा पाया। रामकली महला पहला दखणी ओंकार। इस गुरबाणी का सिरलेख है जो कल प्रारंभ हुई सी ते 3 पौड़ियां की कथा विचार आप कल सरवण कर चुके हो। अज ये दखणी ओंकार गुरबाणी की चौथी पौड़ी है। दूजा पाया जिन्हों ने द्वैत भाव दे विच लग के ज्ञान गवाया, स्वरूप का ज्ञान गवा लिया है। गर्भ गले बिख खाया। गर्भ हंकार आदਿਕਾਂ ਦੇ ਵਿੱਚ ਹੀ गल गए ਹਨ और उन्होंने विषयों की जहर नूं ही खाधा है। इसे प्रकार ज्ञान गवाया दूजा पाया। जिन्होंने ऐसे परमेश्वर ते गुरु छड़ के दूजा होर कोई प्यारा लगिया है, उन्होंने अपने स्वरूप का ज्ञान गवा लिया है। गर्भ गले बिख खाया। अति वो हंकार विच गल गए हैं क्योंकि उन्होंने द्वैत रूप जहर खाना की है। इसी प्रकार ज्ञान गवाया दूजा पाया। जिन्होंने दुआपन चंगा लगिया है, उन्होंने गर्भ गले बिख खाया। बिख विषयां रूप जहर नूं खाधा है। जिन्होंने विषयां रूप जहर खाधा है, उन्होंने ज्ञान गवाया, स्वरूप का ज्ञान गवाया है। जिन्होंने स्वरूप का ज्ञान गवा लिया है, वो गर्भ गले हंगता के कारण माता के गर्भ के विच गल जाते हैं। गोर रस गीत बाद नहीं भावै सुनिया। जिन्होंने सतगुरु साहब जी का रस प्रेम पूर्वक गीत जस शब्द बाद कथन किया नहीं भावै सुनिए, सुनना नहीं पाਉਂਦਾ है, या रस प्रेम पूर्वक सुनना नहीं पाਉਂਦਾ है। गहर गंभीर गवाया। उन्होंने गहर निरहल ਅਤੇ गंभीर डूंघे परमेश्वर की प्राप्ति वाले ज्ञान ਨੂੰ अंदरों गवा लिया है। सुनिया ते विश्राम संप्रदायी ज्ञानी लाउंदे हन। गुर सच कहिया अमृत लहिया। जिन्होंने सतगुਰਾਂ ਦਾ सच्चा उपदेश कथन किया हुआ समझिया है, उन्होंने नाम अमृत प्राप्त किया है। अमृत पिया सतगुर दिया, अवर न जाना दूआ तिया। मन तन साज सुखाया। और उन्हां दे मन दे तन दे विच सच्चा परमेश्वर सुखाया पाया चंगा लगिया है। इसी प्रकार ज्ञान गवाया दूजा पाया। जिन्होंने गुरां द्वारा ब्रह्म ज्ञान की प्राप्ति करके द्वैत भाव नूं गवा लिया मेट लिया है, उन्होंने गर्भ गले बिख खाया। उन्होंने हंकार आदि भी गल गए अते उन्होंने माया रूप जहर का भी खाया खै नाश कर दिता है। गुर रस गीत बाद नहीं भावै सुनिया। हुण उन्हां दा गुरु साहब जी के गीत बचना विच रस प्रेम हो गया है। उन्होंने दुनिया के जो बात झगड़े वो सुनने नहीं पाते हैं। गहर गंभीर गवाया। उन्होंने गहर गंभीर डूंघे तो डूंघे परमेश्वर के स्वरूप नूं पा के अज्ञान नूं गवा लिया है। सच कहिया अमृत लहिया। इस प्रकार
ਪ੍ਰਕਾਰ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸੱਚਾ ਉਪਦੇਸ਼ ਕਥਨ ਕਰਕੇ ਨਾਮ ਅੰਮ੍ਰਿਤ ਦੀ ਦਾਤ ਦਿੱਤੀ ਹੈ, ਉਹਨਾਂ ਨੇ ਬ੍ਰਹਮਾਨੰਦ ਰੂਪ ਅੰਮ੍ਰਿਤ ਬਾਬਤ ਲਿਖਿਆ ਜਾਣਿਆ ਹੈ। ਮਨ ਤਨ ਸਾਜ ਸੁਖਾਇਆ, ਅਤੇ ਉਹਨਾਂ ਦੇ ਮਨ ਅਤੇ ਤਨ ਵਿੱਚ ਸੱਚਾ ਪਰਮੇਸ਼ਰ ਸੁਖਾਇਆ ਚੰਗਾ ਭਾ ਗਿਆ ਹੈ। ਉਹਨਾਂ ਨੂੰ ਫਿਰ ਇਹ ਪ੍ਰਤੀਤ ਹੋ ਆਉਂਦਾ ਹੈ ਕਿ ਆਪੇ ਗੁਰਮੁਖ ਆਪੇ ਦੇਵ, ਵਾਹਿਗੁਰੂ ਆਪ ਹੀ ਗੁਰਮੁਖ ਅਧਿਕਾਰੀ ਰੂਪ ਹੈ ਜਾਂ ਆਪ ਹੀ ਮੁਖੀ ਗੁਰੂ ਰੂਪ ਹੈ, ਅਤੇ ਆਪ ਹੀ ਗੁਰਾਂ ਦੁਆਰਾ ਨਾਮ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦਾ ਹੈ। ਆਪੇ ਅੰਮ੍ਰਿਤ ਪੀਆਇਆ, ਅਤੇ ਆਪ ਹੀ ਜਗਿਆਸੂਆਂ ਦੇ ਤਾਈਂ ਨਾਮ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਦੇ ਤਾਈਂ ਪਿਲਾਉਣ ਵਾਲਾ ਹੈ। ਏਕੋ ਏਕ ਕਹੈ ਸਭ ਕੋਈ, ਉਂਝ ਤਾਂ ਸਾਰੇ ਵਿਦਵਾਨ ਲੋਕ ਇਹੀ ਕਹਿੰਦੇ ਹਨ ਕਿ ਇੱਕ ਅਦਵੈਤ ਰੂਪ ਪਰਮੇਸ਼ਰ ਹੈ, ਇੱਕੋ ਬ੍ਰਹਮ ਹੀ ਸਾਰੇ ਵਿਆਪਕ ਹੈ, ਇੱਕੋ ਨਿਰਗੁਣ ਸਰੂਪ ਅਤੇ ਇੱਕੋ ਸਰਗੁਣ ਸਰੂਪ ਹੈ। ਮੈਂ ਗਰਭ ਵਿਆਪੈ, ਪਰ ਜੀਵ ਦੇਹ ਦੀ ਹੰਗਤਾ ਅਤੇ ਗੁਣਾਂ ਦੇ ਹੰਕਾਰ ਦੇ ਵਿੱਚ ਲੱਗੇ ਹੋਏ ਹਨ। ਭਾਵ ਜੇਕਰ ਪਰਮੇਸ਼ਰ ਨੂੰ ਅੰਦਰੋਂ ਸਮਝਣ ਤਾਂ ਫਿਰ ਦੇਹ ਦੀ ਹੰਗਤਾ ਅਤੇ ਗੁਣਾਂ ਦਾ ਹੰਕਾਰ ਭਲਾ ਕਿਉਂ ਕਰਨ? ਇਸੇ ਕਰਕੇ ਹੰਗਤਾ ਅਤੇ ਹੰਕਾਰ ਵਿੱਚ ਲੱਗੇ ਹੋਏ ਨੇ, ਕਿਉਂਕਿ ਅੰਦਰੋਂ ਨਹੀਂ ਸਮਝਦੇ। ਅੰਤਰ ਬਾਹਰ ਏਕ ਪਛਾਣ, ਜਿਹੜੇ ਹਿਰਦੇ ਦੇ ਅੰਦਰ ਵੀ ਅਤੇ ਬਾਹਰ ਸੰਸਾਰ ਵਿੱਚ ਵੀ, ਜਾਂ ਅੰਦਰਮੁਖ ਨਿਰਗੁਣ ਸਰੂਪ ਅਤੇ ਬਾਹਰ ਸਰਗੁਣ ਸਰੂਪ ਦੇ ਵਿੱਚ ਇੱਕੋ ਨੂੰ ਪਹਿਚਾਣਦੇ ਹਨ। ਇਉਂ ਕਰ ਮਹਿਲ ਸਿਆਪੈ, ਇਸ ਪ੍ਰਕਾਰ ਉਹ ਸਾਧ ਸੰਗਤ ਰੂਪ ਘਰ ਦੁਆਰਾ ਆਪਣੇ ਸਰੂਪ ਨੂੰ ਪਹਿਚਾਣ ਲੈਂਦੇ ਹਨ, ਜਾਂ ਘਰ ਗ੍ਰਸਤ ਜਾਂ ਘਰ ਸਰੀਰ ਦੇ ਵਿੱਚ ਰਹਿੰਦਿਆਂ ਤੁਰਿਆ ਪਦ ਰੂਪ ਮਹੱਲ ਨੂੰ ਪਹਿਚਾਣ ਲੈਂਦੇ ਹਨ। ਪ੍ਰਭ ਨੇੜਾ ਹਰ ਦੂਰ ਨ ਜਾਣਹੁ, ਇਹ ਭਾਈ ਪਰਮੇਸ਼ਰ ਦਾ ਅਤਿਅੰਤ ਨਜ਼ਦੀਕ ਹੈ, ਉਸ ਹਰੀ ਪਰਮੇਸ਼ਰ ਨੂੰ ਕਦੇ ਵੀ ਦੂਰ ਨਾ ਜਾਣੋ। ਦੂਰ ਨਾਹੀ ਮੇਰੋ ਪ੍ਰ ਪਿਆਰਾ, ਏਕੋ ਸ੍ਰਿਸ਼ਟ ਸਭਾਈ, ਉਸ ਇੱਕ ਅਦਵੈਤ ਰੂਪ ਪਰਮੇਸ਼ਰ ਦੀ ਹੀ ਸਾਰੀ ਸ੍ਰਿਸ਼ਟੀ ਵਿੱਚ ਜੋਤ ਆਈ ਹੋਈ ਹੈ। ਏਕ ਓੰਕਾਰ ਅਵਰ ਨਹੀਂ ਦੂਜਾ, ਅਦਵੈਤ ਸਰੂਪ ਬ੍ਰਹਮ ਹੀ ਸਭ ਥਾਂ ਵਿਆਪਕ ਹੈ, ਹੋਰ ਦੂਜਾ ਕੋਈ ਨਹੀਂ ਹੈ। ਨਾਨਕ ਏਕ ਸਮਾਈ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਦਵੈਤ ਸਰੂਪ ਪਰਮੇਸ਼ਰ ਦੀ ਜੋਤ ਹੀ ਸਾਰੀ ਸ੍ਰਿਸ਼ਟੀ ਵਿੱਚ ਸਮਾ ਰਹੀ ਹੈ। ਇਸੇ ਪ੍ਰਕਾਰ ਏਕ ਓੰਕਾਰ ਅਵਰ ਨਹੀਂ ਦੂਜਾ, ਇੱਕ ਪਰਮੇਸ਼ਰ ਤੋਂ ਬਗੈਰ ਅਵਰ ਸਥਾਨ ਵਿੱਚ ਹੋਰ ਦੂਜਾ ਕੋਈ ਨਹੀਂ ਹੈ। ਕੋਈ ਦੂਜਾ ਹੋਏ ਸੋ ਅਵਰੋ ਕਹੀਐ। ਨਾਨਕ ਏਕ ਸਮਾਈ, ਅਤੇ ਗੁਰਾਂ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਕਰਕੇ ਸਾਡੀ ਜੜ੍ਹਾਂ ਦੀ ਇੱਕ ਸਰੂਪ ਦੇ ਵਿੱਚ ਸਮਾਈ ਲੀਨਤਾ ਹੋਈ ਹੈ। ਇਸ ਕਰਤੇ ਕਉ ਕਿਉ ਗਹਿ ਰਾਖੋ, ਇਹ ਭਾਈ ਇਸ ਕਰਤਾ ਭੋਗਤਾ ਵਾਲੇ ਜੀਵ ਨੂੰ ਤੁਸੀਂ ਕਿਵੇਂ ਗ੍ਰਹਿਣ ਕਰਕੇ ਰੋਕ ਕੇ ਰੱਖੋਗੇ? ਆਫਰਿਓ ਤੁਲਿਓ ਨਾ ਜਾਈ, ਕਿਉਂਕਿ ਅਲਪਗਤਾ ਦੇ ਕਾਰਨ ਆਪਣੇ ਗੁਣਾਂ ਦੇ ਅਹੰਕਾਰ ਦੇ ਵਿੱਚ ਆਫਰਿਆ ਰਹਿੰਦਾ ਹੈ। ਇਸੇ ਕਰਕੇ ਇਸ ਪਾਸੋਂ ਹਉਮੈ ਮੇਟ ਕੇ ਸਰੂਪ ਦੇ ਵਿੱਚ ਤੁਲਿਆ ਨਹੀਂ ਜਾਂਦਾ ਹੈ। ਇਸੇ ਪ੍ਰਕਾਰ ਇਸ ਕਰਤੇ ਕਉ ਕਿਉ ਗਹਿ ਰਾਖੋ,
ਇਸ ਰਚਨਹਾਰ ਈਸ਼ਰ ਨੂੰ ਜਾਂ ਆਤਮਾ ਭਿੰਨ ਕਰਤੇ ਨੂੰ ਕਿਸ ਪ੍ਰਕਾਰ ਯਾਦ ਕਰਨ ਰੂਪ ਮਨ ਵਿੱਚ ਪਕੜ ਕੇ ਰੱਖੋਗੇ। ਅਫਰਿਓ ਤੁਲਿਓ ਨਾ ਜਾਈ, ਕਿਉਂਕਿ ਉਹ ਪਰਮੇਸ਼ਰ ਫੜਿਆ ਨਹੀਂ ਜਾਂਦਾ ਤੇ ਬੁੱਧ ਰੂਪ ਤੱਕੜੀ ਦੇ ਵਿੱਚ ਸ਼ਾਸਤਰ ਪ੍ਰਮਾਣ ਰੂਪ ਵੱਟੇ ਪਾ ਕੇ ਤੋਲਿਆ ਵੀ ਨਹੀਂ ਜਾ ਸਕਦਾ। ਭਾਵ ਉਹ ਪਕੜਨ ਅਤੇ ਤੋਲਣ ਤੋਂ ਰਹਿਤ ਸਰੂਪ ਹੈ। ਮਾਇਆ ਕੇ ਦੇਵਾਨੇ ਪ੍ਰਾਣੀ, ਇਹ ਪ੍ਰਾਣਧਾਰੀ ਜੀਵ ਮਾਇਆ ਦੇ ਵਾਸਤੇ ਕਮਲੇ ਹੋਏ ਫਿਰਦੇ ਹਨ। ਝੂਠ ਠਗਾਰੀ ਪਾਈ, ਪਰ ਮਾਇਆ ਦੇ ਮਤਵਾਲੇ ਕੀਤੇ ਹੋਏ ਨੇ ਤੇ ਮਾਇਆ ਨੇ ਝੂਠ ਰੂਪੀ ਠੱਗ ਬੂਟੀ ਪਾਈ ਹੋਈ ਹੈ ਜਾਂ ਮੋਹ ਰੂਪੀ ਝੂਠੀ ਠੱਗ ਬੂਟੀ ਪਾਈ ਹੋਈ ਹੈ। ਲਾਭ ਲੋਭ ਮੋਹਤਾਜ ਵਿਗੂਤੇ, ਜੀਵ ਮਾਇਆ ਵਿੱਚ ਲਾ ਕੇ ਪਦਾਰਥਾਂ ਦੇ ਖਾਣ ਦੇ ਲੱਭ ਅਤੇ ਪਦਾਰਥਾਂ ਦੇ ਜੋੜਨ ਦੇ ਲਾਲਚ ਵਿੱਚ ਖੁਸ਼ਾਮਦ ਹੋਏ ਖਰਾਬ ਹੋ ਰਹੇ ਹਨ। ਇਹ ਤਬ ਫਿਰ ਪਛਤਾਈ, ਹੁਣ ਵਰਤਮਾਨ ਸਮੇਂ ਵਿੱਚ ਵੀ ਤਦੋਂ ਭਵਿੱਖਤ ਅੰਧਕਾਲ ਵਿੱਚ ਵੀ ਫਿਰ ਪਛਤਾਤਾਪ ਹੀ ਕਰਦੇ ਹਨ। ਇਸੇ ਪ੍ਰਕਾਰ ਇਹ ਤਬ ਫਿਰ ਪਛਤਾਈ, ਇਸ ਪ੍ਰਕਾਰ ਖਾਣ ਪੀਣ ਵਿਸ਼ੇ ਭੋਗਣ ਵਾਲਾ ਜੀਵਨ ਬਣਾ ਕੇ ਤਬ ਭਾਵ ਅੰਤ ਦੇ ਸਮੇਂ ਫਿਰ ਪਛਤਾਤਾਪ ਕਰਦੇ ਹਨ। ਇਸੇ ਪ੍ਰਕਾਰ ਇਹ ਤਬ ਫਿਰ ਪਛਤਾਈ, ਇਸ ਵੇਲੇ ਤਦੋਂ ਮਰਨ ਵੇਲੇ ਜਾਂ ਲੋਕ ਪਰਲੋਕ ਦੇ ਵਿੱਚ ਫਿਰ ਪਛਤਾਤਾਪ ਕਰਦੇ ਹਨ। ਏਕ ਸਰੇ ਵੈ ਤਾਂ ਗਤ ਮਿਤ ਪਾਵੈ, ਜੇਕਰ ਜੀਵ ਇੱਕ ਅਕਾਲ ਪੁਰਖ ਦਾ ਸਿਮਰਨ ਕਰਨ ਤਾਂ ਹੀ ਉਸ ਦੀ ਪ੍ਰਾਪਤੀ ਦੀ ਮਰਿਆਦਾ ਪਾ ਸਕਦੇ ਨੇ ਜਾਂ ਗਤ ਗਿਆਨ ਦੀ ਮਿਤ ਮਰਿਆਦਾ ਨੂੰ ਤਾਂ ਉਹ ਪਾ ਸਕਦੇ ਹਨ। ਆਵਣ ਜਾਣ ਰਹਾਈ, ਅਤੇ ਵਾਹਿਗੁਰੂ ਦੇ ਸਰੂਪ ਦੇ ਵਿੱਚ ਲੀਨ ਹੋ ਕੇ ਜੰਮ ਕੇ ਆਉਣਾ ਤੇ ਮਰ ਕੇ ਜਾਣਾ, ਜੰਮਣਾ ਮਰਨਾ ਰਹਿ ਜਾਂਦਾ ਹੈ। ਏਕ ਅਚਾਰ ਰੰਗ ਕਰੂਪਾ, ਇੱਕ ਜੋਤੀ ਸਰੂਪ ਬ੍ਰਹਮ ਚੇਤਨ ਹੀ ਸਾਰੇ ਕਰਤੱਵਾਂ ਨੂੰ ਕਰਨੇ ਵਾਲਾ ਹੈ। ਸਾਰੀਆਂ ਰੰਗਾਂ ਤੇ ਸਾਰੇ ਰੂਪਾਂ ਦੇ ਵਿੱਚ ਉਹੀ ਇੱਕੋ ਪਰਮੇਸ਼ਰ ਹੈ। ਜਾਂ ਰੰਗਾਂ ਰੂਪਾਂ ਆਦਿ ਗੁਣਾਂ ਦੇ ਵਿੱਚ ਉਹ ਇੱਕੋ ਇੱਕ ਪਰਮੇਸ਼ਰ ਹੀ ਹੈ। ਇਸੇ ਪ੍ਰਕਾਰ ਏਕ ਅਚਾਰ ਰੰਗ ਕਰੂਪਾ, ਉਸ ਇੱਕੋ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸ੍ਰੇਸ਼ਟ ਕਰਤੱਵ ਨਿਸ਼ਕਾਮ ਕਰਮ ਕਰੇ, ਇੱਕ ਨਾਲ ਹੀ ਰੰਗ ਪ੍ਰੇਮ ਕਰੇ ਅਤੇ ਇੱਕ ਅਦਵੈ ਰੂਪ ਪਰਮੇਸ਼ਰ ਦੇ ਵਿੱਚ ਹੀ ਧਿਆਨ ਜੋੜਨਾ ਕਰੇ, ਤਦ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪੌਣ ਪਾਣੀ ਅਗਣੀ ਅਸਰੂਪਾ, ਉਸ ਪਰਮੇਸ਼ਰ ਨੇ ਹਵਾ ਪਾਣੀ ਅੱਗ ਆਦਿਕ ਤੱਤਾਂ ਦੇ ਦੁਆਰਾ ਇਹ ਸੰਸਾਰ ਦਾ ਐਸਾ ਸਰੂਪ ਬਣਾਇਆ ਹੈ। ਭਾਵ ਹਵਾ ਸਾਰਿਆਂ ਦੀ ਸਵਾਸ ਬਣੀ ਹੋਈ ਹੈ, ਪਾਣੀ ਸਰੀਰਾਂ ਨੂੰ ਘੜਨ ਵਾਲਾ ਬਣਿਆ ਹੋਇਆ ਹੈ। ਪਾਣੀ ਪਿਤਾ ਜਗਤ ਕਾ, ਪਾਣੀ ਹੀ ਸਾਰੇ ਜਗਤ ਦਾ ਪਿਓ ਹੈ, ਕਿਉਂਕਿ ਮਾਂ ਕੀ ਰਕਤ ਉਹ ਵੀ ਪਾਣੀ ਹੈ, ਪਿਤਾ ਬਿੰਦ ਧਾਰਾ ਉਹ ਵੀ ਪਾਣੀ ਹੈ। ਤੋ ਇੰਜ ਇਹ ਮਹਾਰਾਜ ਨੇ ਵੇਖੋ ਕੁਦਰਤ ਕੈਸੀ ਰਚੀ ਹੈ। ਅੱਗ ਸਾਰਿਆਂ ਦੀ ਖੁਰਾਕ ਨੂੰ ਪਹੁੰਚਾਉਣ ਵਾਲੀ ਹਜ਼ਮ ਕਰਨ ਵਾਲੀ ਬਣੀ ਹੋਈ ਹੈ। ਇਉਂ ਤੱਤਾਂ ਦੁਆਰਾ ਸਾਰਾ ਸੰਸਾਰ ਬਣਾ ਦਿੱਤਾ। ਲੋਕ ਬੜੇ ਬੜੇ ਸਿਆਣੇ ਸਾਇੰਸਦਾਨ ਪਰ ਮਹਾਰਾਜ ਕਹਿੰਦੇ ਨੇ ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਇਹ ਵਾਹਿਗੁਰੂ ਜੀ ਪੰਜਾਂ ਤੱਤਾਂ ਦੇ ਦੁਆਰਾ ਤੂੰ ਸਾਰੀ ਸ੍ਰਿਸ਼ਟੀ ਸਾਜਨਾ ਕੀਤੀ ਹੈ। ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ।
ਜੇ ਕਿਸੇ ਦਾ ਕੀਤਾ ਕੁਝ ਹੋ ਸਕਦਾ ਹੋਵੇ ਤਾਂ ਕੋਈ ਛੇਵਾਂ ਤੱਤ ਬਣਾ ਕੇ ਵਿਖਾਏ ਭਲਾ ਸਹੀ। ਛੇਵਾਂ ਤੱਤ ਨਹੀਂ ਕੋਈ ਬਣਾ ਸਕਿਆ, ਨਾ ਬਣਾ ਸਕਦਾ। ਵਾਹਿਗੁਰੂ ਦੇ ਪੈਦਾ ਕੀਤੇ ਪੰਜਾਂ ਤੱਤਾਂ ਦੇ ਵਿੱਚੋਂ ਹੀ ਖੋਜ ਕਰ ਕਰਕੇ ਹੰਭ ਗਏ ਨੇ। ਆਪਣਾ ਕੀਤਾ ਕਛੂ ਨਾ ਹੋਵੇ, ਆਪ ਦਾ ਕੀਤਾ ਕਛੂ ਨਹੀਂ, ਕੁਝ ਵੀ ਨਹੀਂ ਹੁੰਦਾ ਹੈ। ਇੰਜ ਉਸ ਪਰਮੇਸ਼ਰ ਨੇ ਸੋ ਹਵਾ ਪਾਣੀ ਅੱਗ ਆਦਿਕ ਤੱਤਾਂ ਦੁਆਰਾ ਇਹ ਸੰਸਾਰ ਨੂੰ ਰਚਨਾ ਕੀਤਾ ਹੈ। ਇਸੇ ਪ੍ਰਕਾਰ ਏਕ ਅਚਾਰ ਰੰਗ ਏਕ ਰੂਪਾ, ਸੋ ਉਸ ਇੱਕੋ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸ੍ਰੇਸ਼ਟ ਕਰਮ ਕਰਨਾ ਕਰੇ ਅਤੇ ਨਿਸ਼ਕਾਮ ਕਰਮ ਕਰੇ, ਇੱਕ ਨਾਲ ਹੀ ਰੰਗ ਪ੍ਰੇਮ ਕਰੇ, ਇੱਕ ਅਦਵੈਤ ਰੂਪ ਪਰਮੇਸ਼ਰ ਵਿੱਚ ਹੀ ਧਿਆਨ ਜੋੜਨਾ ਕਰੇ, ਤਾਂ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪੌਣ ਪਾਣੀ ਅਗਣੀ ਅਸਰੂਪਾ, ਪੌਣ ਦੀ ਤਰ੍ਹਾਂ ਰਜੋ ਗੁਣ, ਪਾਣੀ ਦੀ ਤਰ੍ਹਾਂ ਸਤੋ ਗੁਣ ਅਤੇ ਅੱਗ ਦੀ ਤਰ੍ਹਾਂ ਤਮੋ ਗੁਣ, ਜਾਂ ਜਾਗਰਤ ਸੁਪਨ ਸਖੋਪਤ ਆਦਿ ਗੁਣਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਬਣੀ ਹੋਈ ਹੈ। ਏਕੋ ਭਵਰ ਭਵੈ ਤਿਹੁ ਲੋਏ, ਅਗਨੀ ਸਰੂਪ ਪਰ ਉਹ ਪਰਮੇਸ਼ਰ ਆਪ ਸਵੈ ਸਰੂਪ ਸ਼ੁੱਧ ਸਰੂਪ ਹੈ। ਜਾਂ ਮਹਾਰਾਜ ਕਹਿੰਦੇ ਨੇ ਪੌਣ ਪਾਣੀ, ਪੌਣ ਪਾਣੀ ਅਗਣੀ ਅਸਰੂਪਾ, ਪੌਣ ਦੀ ਤਰ੍ਹਾਂ ਨਿਰਲੇਪ ਰਹੇ, ਪਾਣੀ ਦੀ ਤਰ੍ਹਾਂ ਸੀਤਲ ਨਿਰਮਲ ਰਹੇ, ਅੱਗ ਦੀ ਤਰ੍ਹਾਂ ਗਿਆਨ ਰੂਪ ਪ੍ਰਕਾਸ਼ ਵਾਲਾ ਹੋਵੇ, ਫਿਰ ਸਵੈ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜੀਵ ਬ੍ਰਹਮ ਰੂਪੀ ਹੋ ਜਾਂਦਾ ਆਸ ਹੈ। ਏਕੋ ਭਵਰ ਭਵੈ ਤਿਹੁ ਲੋਏ, ਇੱਕੋ ਪਰਮੇਸ਼ਰ ਹੀ ਜੀਵ ਰੂਪ ਭੌਰਾ ਬਣ ਕੇ ਤਿੰਨਾਂ ਲੋਕਾਂ ਦੇ ਵਿੱਚ ਵਿਚਰਿਆ ਹੈ। ਏਕੋ ਬੂਝੈ ਸੂਝੈ ਪਤ ਹੋਏ, ਜੋ ਇੱਕ ਪਰਮੇਸ਼ਰ ਮਾਇਆ ਸਬਲ ਹੋ ਕੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਤੇ ਇੱਕੋ ਹੀ ਅਕਾਲ ਪੁਰਖ ਏਕੋ ਬੂਝੈ, ਏਕੋ ਬੂਝੈ ਸੂਝੈ ਪਤ ਹੋਏ। ਗੁਰਾਂ ਦੁਆਰਾ ਇੱਕ ਪਰਮੇਸ਼ਰ ਨੂੰ ਹੀ ਪੁੱਛਣਾ ਕਰੇ, ਫਿਰ ਉਸ ਦਾ ਸਰੂਪ ਸੁੱਝ ਆਉਂਦਾ ਦੇਸ ਆਉਂਦਾ ਹੈ। ਇਸ ਪ੍ਰਕਾਰ ਪਤ ਹੋਏ ਇੱਜ਼ਤ ਦੀ ਪ੍ਰਾਪਤੀ ਹੁੰਦੀ ਹੈ। ਇਸੇ ਪ੍ਰਕਾਰ ਏਕੋ ਬੂਝੈ ਸੂਝੈ ਪਤ ਹੋਏ, ਜਦ ਗੁਰਾਂ ਤੋਂ ਇੱਕੋ ਸਰਗੁਣ ਸਰੂਪ ਨੂੰ ਪੁੱਛਣਾ ਕਰੇ ਤਾਂ ਫਿਰ ਇੱਕੋ ਨਿਰਗੁਣ ਸਰੂਪ ਦੇਸ ਆਉਂਦਾ ਹੈ ਅਤੇ ਪਤ ਇੱਜ਼ਤ ਪ੍ਰਤਿਸ਼ਠਾ ਦੀ ਪ੍ਰਾਪਤੀ ਹੁੰਦੀ ਹੈ। ਜਾਂ ਇਸੇ ਪ੍ਰਕਾਰ ਏਕੋ ਬੂਝੈ ਸੂਝੈ ਪਤ ਹੋਏ, ਇੱਕ ਤੁੰਗਪਦ ਲਾਖਰਤ ਨੂੰ ਪੁੱਛਣਾ ਕਰੇ ਤਾਂ ਫਿਰ ਤਤਪਦ ਲਾਖਰਤ ਸੁੱਝ ਆਉਂਦਾ ਹੈ ਅਤੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਗਿਆਨ ਧਿਆਨ ਲੈ ਸੰਸਰ ਰਹੈ, ਨਿਰਗੁਣ ਸਰੂਪ ਦੇ ਗਿਆਨ ਦੇ ਸਰਗੁਣ ਸਰੂਪ ਦੇ ਧਿਆਨ ਨੂੰ ਲੈ ਕੇ ਸੰਸਾਰ ਇੱਕੋ ਜਿਹੀ ਬਿਰਤੀ ਵਿੱਚ ਰਹਿਣਾ ਕਰੇ। ਇਸੇ ਪ੍ਰਕਾਰ ਗਿਆਨ ਧਿਆਨ ਲੈ ਸੰਸਰ ਰਹੈ, ਗੁਰਾਂ ਦਾ ਧਿਆਨ ਧਰ ਕੇ ਗਿਆਨ ਨੂੰ ਲੈ ਕੇ ਸਮ ਦ੍ਰਿਸ਼ਟੀ ਵਾਲਾ ਹੋ ਕੇ ਰਹਿਣਾ ਕਰੇ। ਗੁਰਮੁਖ ਏਕ ਬਿਰਲਾ ਕੋਲ ਹੈ, ਪਰ ਮੁਖੀ ਗੁਰਾਂ ਦੁਆਰਾ ਕੋਈ ਕੋਈ ਬਿਰਲਾ ਗੁਰਮੁਖ ਹੀ ਇੱਕ ਅਦਵੈਤ ਸਰੂਪ ਨੂੰ ਪ੍ਰਾਪਤ ਕਰ ਸਕਦਾ ਹੈ। ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ, ਪਰ ਜਿਸ ਨੂੰ ਪਰਮੇਸ਼ਰ ਗੁਰਾਂ ਦੁਆਰਾ ਹੀ ਦਾਤ ਦਿੰਦਾ ਹੈ ਤੇ ਉਹ ਗੁਰਮੁਖ ਜਨ ਹੀ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਕਰਨੇ ਕਰਕੇ ਨਾਮ ਨੂੰ ਸੁਖ ਸਰੂਪ ਨੂੰ ਪਾਉਂਦਾ ਹੈ। ਗੁਰੂ
ਸੁਣਾਏ। ਪਰਮੇਸ਼ਰ ਗੁਰਾਂ ਦੁਆਰਾ ਆਖ ਕਹਿ ਕੇ ਉਪਦੇਸ਼ ਦੇ ਕੇ ਆਪਦੇ ਸਰੂਪ ਨੂੰ ਸਰਵਣ ਕਰਾਉਂਦਾ ਹੈ। ਇਸੇ ਪ੍ਰਕਾਰ ਗੁਰੂ ਦੁਆਰਾ ਆਖ ਸੁਣਾਏ। ਗੁਰੂ ਸਾਹਿਬ ਜੀ ਪ੍ਰਭੂ ਪ੍ਰਾਪਤੀ ਵਾਲਾ ਉਪਦੇਸ਼ ਆਪਣੇ ਆਖ ਮੁਖ ਦੁਆਰਾ ਸਿੱਖ ਨੂੰ ਸੁਣਾਉਂਦੇ ਨੇ, ਤਾਂ ਹੀ ਸਿੱਖ ਨੂੰ ਸਮਝ ਪੈਂਦੀ ਹੈ। ਇਸੇ ਪ੍ਰਕਾਰ ਗੁਰੂ ਦੁਆਰਾ ਆਖ ਸੁਣਾਏ। ਪਰਮੇਸ਼ਰ ਗੁਰਾਂ ਦੁਆਰਾ ਜਾਂ ਗੁਰਬਾਣੀ ਨੂੰ ਬਚਨਾਂ ਦੁਆਰਾ ਆਪ ਹੀ ਆਪਣੇ ਨਾਮ ਦਾ ਉਪਦੇਸ਼ ਸੁਣਾਉਂਦਾ ਹੈ। ਊਰਮ ਧੂਰਮ ਜੋਤਿ ਉਜਾਲਾ। ਇਹ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਕਿ ਉਸ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ। ਤਾਂ ਮਹਾਰਾਜ ਸਾਹਿਬ ਫਰਮਾਉਂਦੇ ਨੇ, ਊਰਮ ਧਰਤੀ ਤੇ ਧੂਰਮ ਧੂਏ, ਜਿਹੜਾ ਧੂਆਂ ਹੁੰਦਾ, ਧੂੜ ਨੂੰ ਧਾਰਨ ਵਾਲਾ ਜੋ ਆਕਾਸ਼, ਜਾਂ ਊਰਮ ਆਕਾਸ਼ ਤੇ ਧੂਰਮ ਧਰਤੀ ਵਿੱਚ ਜੋਤੀ ਸਰੂਪ ਪਰਮੇਸ਼ਰ ਦਾ ਉਜਾਲਾ ਪ੍ਰਕਾਸ਼ਮਾਨ ਹੈ। ਇਸੇ ਪ੍ਰਕਾਰ ਊਰਮ ਧੂਰਮ ਜੋਤਿ ਉਜਾਲਾ। ਜੋ ਭੂਮਾ ਰੂਪ ਬ੍ਰਹਮ ਧੂਰਮ ਆਕਾਸ਼ ਦੀ ਤਰ੍ਹਾਂ ਚਿਦਾਕਾਸ਼ ਰੂਪ ਹੈ, ਉਸ ਜੋਤੀ ਸਰੂਪ ਦਾ ਜਗਿਆਸੂ ਦੇ ਹਿਰਦੇ ਵਿੱਚ ਪ੍ਰਕਾਸ਼ ਹੋ ਆਉਂਦਾ ਹੈ। ਜਾਂ ਉਰੂ ਮਧੂ ਰਮ ਜੋਤ ਉਜਾਲਾ, ਇਹ ਵੈਸੇ ਪਾਠ ਨਹੀਂ ਕਰੀਦਾ, ਅਰਥਾਂ ਵਾਸਤੇ ਊਰ ਹਿਰਦੇ ਮਧੂ ਵਿੱਚ ਰਮ ਰਮਿਆ ਹੋਇਆ ਜਾਣ ਕੇ ਪਰਮੇਸ਼ਰ ਦਾ ਉਚਾਰਨ ਕਰੇ। ਫਿਰ ਜੋਤ ਉਜਾਲਾ, ਜੋਤੀ ਸਰੂਪ ਦਾ ਹਿਰਦੇ 'ਚ ਪ੍ਰਕਾਸ਼ ਆਉਂਦਾ, ਪਾਓ ਜੋਤੀ ਸਰੂਪ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਇਸੇ ਪ੍ਰਕਾਰ ਊਰਮ ਧੂਰਮ ਜੋਤਿ ਉਜਾਲਾ। ਊਰ ਮੈਂ ਸਮੁੰਦਰ ਤੇ ਧੂਰ ਮੈਂ ਪ੍ਰਿਥਵੀ, ਇਹਦੇ ਵਿੱਚ ਅਰਥਾਤ ਜਲ ਥਲ ਆਦਿ ਸਾਰੇ ਥਾਵਾਂ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋਤ ਦਾ ਪ੍ਰਕਾਸ਼। ਜਲ ਥਲ ਮਹੀਲ ਪੂਰੇ ਆ ਸੁਆਮੀ ਸਿਰਜਣਹਾਰ, ਅਨਕ ਪਾਂਦ ਹੋਏ ਪਸਰਿਆ ਨਾਨਕ ਏਕੰਕਾਰ। ਤੀਨ ਭਵਨ ਮਹਿ ਗੁਰ ਗੋਪਾਲਾ। ਤਿੰਨ ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕਾਂ ਦੇ ਵਿੱਚ ਗੁਰੂ ਅਕਾਲ ਪੁਰਖ ਆਪ ਹੀ ਹੈ। ਐਸੇ ਪ੍ਰਕਾਰ ਤੀਨ ਭਵਨ ਮਹਿ ਗੁਰ ਗੋਪਾਲਾ। ਤਿੰਨਾਂ ਲੋਕਾਂ ਦੇ ਵਿੱਚ ਗੁਰ ਪੂਜਨੀਕ ਗੋ ਪ੍ਰਿਥਵੀ ਦਾ ਪਾਲਾ ਪਾਲਕ ਪਰਮੇਸ਼ਰ ਖੁਦ ਬਖੁਦ ਆਪ ਹੀ ਹੈ। ਜਾਂ ਤਿੰਨਾਂ ਪਵਨਾਂ ਦੇ ਵਿੱਚ ਜੋ ਮਾਨਸਿਕ ਅਤੇ ਸਰੀਰਕ ਵਿਆਕੁਲਤਾ ਹੈ, ਉਹਨਾਂ ਵਿੱਚ ਉਸ ਗੁਰ ਗੋਪਾਲ ਦੀ ਜੋਤ ਦਾ ਪ੍ਰਕਾਸ਼ ਹੈ। ਅਰਥਾਤ ਉਹ ਜੋਤ ਜਨਮ ਮਰਨ ਆਦਿਕ ਸਾਰੇ ਦੁੱਖਾਂ ਤੋਂ ਬਚਣ ਦਾ ਮਾਰਗ ਦੱਸਣ ਵਾਲੀ ਗੁਰ ਉਪਦੇਸ਼ ਹੈ ਅਤੇ ਰੱਖਿਆ ਕਰਨ ਵਾਲੀ ਗੋਪਾਲ ਪਰਮੇਸ਼ਰ ਦੀ ਹੈ। ਜਾਂ ਗੁਰੂ ਅਗਿਆਨ ਰੂਪ ਹਨੇਰੇ ਨੂੰ ਦੂਰ ਕਰਨ ਵਾਲਾ ਹੈ ਅਤੇ ਪ੍ਰਿਥਵੀ ਪਾਲਕ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ। ਅਰਥਾਤ ਮਨ ਵਿੱਚ ਪੈਦਾ ਹੋਣ ਵਾਲੇ ਦੁੱਖਾਂ ਦੀ ਊਰਮ ਤਰੰਗ ਹੀ ਮਾਨਸਿਕ ਵਿਆਕੁਲਤਾ ਹੈ, ਅਤੇ ਧੂਰਮ ਧੂੜ ਤੋਂ ਬਣਿਆ ਸਰੀਰ ਸਰੀਰਕ ਵਿਆਕੁਲਤਾ ਹੈ, ਕਿਉਂਕਿ ਧੂੜ ਮਿੱਟੀ ਦੇ ਬਣੇ ਸਰੀਰ ਦੀ ਵਿਆਕੁਲਤਾ ਹੈ। ਉਗਵਿਆ ਸਰੂਪ ਦਿਖਾਵਾ। ਜਦ ਗੁਰੂ ਉਪਦੇਸ਼ ਦੁਆਰਾ ਅਪਰੋਖ ਗਿਆਨ ਹਿਰਦੇ ਵਿੱਚ ਉਗਵਿਆ ਪ੍ਰਗਟ ਹੁੰਦਾ ਹੈ, ਤਦ ਪਰਮੇਸ਼ਰ ਸੰਸਾਰ ਵਿੱਚ ਅਸ ਐਸਾ ਆਪਣਾ ਸਰੂਪ ਦਿਖਾਉਂਦਾ ਹੈ। ਇਸੇ ਪ੍ਰਕਾਰ ਉਗਵਿਆ ਸਰੂਪ ਦਿਖਾਵਾ। ਜਦ ਅਸਰੂਪ ਸ਼ੁੱਧ ਬ੍ਰਹਮ ਦੀ ਪ੍ਰਾਪਤੀ ਵਾਲਾ ਅਪਰੋਖ ਗਿਆਨ ਹਿਰਦੇ 'ਚ ਉਗਵਿਆ ਪ੍ਰਗਟ ਹੋਇਆ, ਤਦ ਪਰਮੇਸ਼ਰ ਨੇ ਆਪਣਾ ਸਰੂਪ ਸਾਰੇ ਸੰਸਾਰ ਵਿੱਚ ਵਿਆਪਕ ਵਿਖਾ ਦਿੱਤਾ ਹੈ। ਇਸੇ ਪ੍ਰਕਾਰ ਉਗਵਿਆ ਸਰੂਪ ਦਿਖਾਵਾ।
ਸੂਰਜ ਉਦੇ ਹੁੰਦਾ ਹੈ ਤਦ ਆਪਣਾ ਐਸਾ ਸਰੂਪ ਪ੍ਰਗਟ ਕਰਕੇ ਦਿਖਾਉਂਦਾ ਹੈ। ਅਤੇ ਕਰ ਕਿਰਪਾ ਆਪਨ ਕਰ ਆਵੈ, ਕਿਰਪਾ ਕਰਕੇ ਆਕਾਸ਼ ਰੂਪ ਘਰ ਵਿੱਚ ਉਦੇ ਹੋਣ ਰੂਪ ਆਉਂਦਾ ਹੈ। ਇਸੇ ਪ੍ਰਕਾਰ ਉਗਵਿਆ ਸਰੂਪ ਦਿਖਾਵੈ। ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਕਰਕੇ ਜਗਿਆਸੂ ਦੇ ਹਿਰਦੇ ਨੂੰ ਆਪਣਾ ਘਰ ਜਾਣ ਕੇ ਉਹਦੇ ਵਿੱਚ ਪ੍ਰਭੂ ਪ੍ਰਗਟ ਹੋ ਆਉਂਦਾ ਹੈ। ਅਤੇ ਜਦ ਗੁਰੂ ਉਪਦੇਸ਼ ਸਦਕਾ ਆਸ ਰੂਪ ਬ੍ਰਹਮ ਦੀ ਪ੍ਰਾਪਤੀ ਵਾਲਾ ਪ੍ਰੋ ਗਿਆਨ ਹਿਰਦੇ ਵਿੱਚ ਉਗਵਿਆ ਪ੍ਰਗਟ ਹੁੰਦਾ ਹੈ। ਕਰ ਕਿਰਪਾ ਆਪਨ ਕਰ ਆਵੈ, ਤਦ ਜੋ ਪਰਮੇਸ਼ਰ ਹੈ ਆਪਣਾ ਸਰੂਪ ਆਪ ਸਾਰੇ ਸੰਸਾਰ ਵਿੱਚ ਵਿਆਪਕ ਵਿਖਾ ਦਿੰਦਾ ਹੈ। ਅਤੇ ਕਰ ਕਿਰਪਾ ਆਪਣੇ ਘਰ ਆਵੇ। ਸਤਿਗੁਰਾਂ ਦੀ ਕਿਰਪਾ ਕਰਕੇ ਜਗਿਆਸੂ ਆਪਣੇ ਅੰਤःਕਰਨ ਨੂੰ ਵੀ ਘਰ ਦੇ ਵਿੱਚ ਅੰਤਰਮੁਖ ਹੋ ਕੇ ਫਿਰ ਟਿਕ ਆਉਂਦਾ ਹੈ, ਜਾਂ ਆਪਣੇ ਤੁਰਿਆ ਬਾਦ ਜਾਂ ਆਤਮਿਕ ਸਰੂਪ ਰੂਪੀ ਘਰ ਵਿੱਚ ਆ ਕੇ ਟਿਕ ਜਾਂਦਾ ਹੈ। ਊਨਵ ਬਰਸੈ ਨੀਜਰ ਤਾਰਾ, ਊਨਵ ਮਤਲਬ ਝੁਕ ਕੇ, ਜਦੋਂ ਬਦਲ ਝੁਕ ਕੇ ਨੀਜਰ ਇੱਕ ਰਸ ਜਲ ਦੀ ਧਾਰਾ ਵਰਸਦਾ ਹੈ। ਤਮ ਸਬਦਾ ਸਵਾਰਨ ਹਾਰਾ, ਉਸ ਬੱਦਲ ਦੀ ਉਤਮ ਸ੍ਰੇਸ਼ਟ ਸ਼ਬਦ ਆਵਾਜ਼ ਗਰਜ ਦੇ ਨਾਲ ਸਾਰੇ ਜੀਵਾਂ ਫਸਲਾਂ ਨੂੰ ਸਵਾਰਨ ਵਾਲੀ ਹੁੰਦੀ ਹੈ। ਉਹ ਗਰਜ ਭਾਵ ਜਦੋਂ ਵਰਖਾ ਹੁੰਦੀ ਹੈ ਤਦ ਸਾਰਿਆਂ ਨੂੰ ਉਤਸ਼ਾਹ ਹੁੰਦਾ ਹੈ। ਨਾਨਕ ਸਾਵਣ ਜੀ ਵਸੈ ਚੌਹੋਂ ਮਾਹਾ ਹੋਏ, ਗਾਈ ਪੁੱਤਾ ਨਿਰਧਨਾ ਪੰਥੀ ਚਾਕਰ ਹੋਏ। ਇਸੇ ਪ੍ਰਕਾਰ ਹੋਨਵ ਬਰਸੈ ਨੀਜਰ ਤਾਰਾ, ਗੁਰੂ ਰੂਪੀ ਬੱਦਲ ਚਿਦਾਕਾਸ਼ ਰੂਪ ਆਕਾਸ਼ ਵਿੱਚ ਪ੍ਰਗਟ ਹੋ ਕੇ ਇੱਕ ਰਸ ਨਾਮ ਦੀ ਧਾਰਾ ਬਖਸ਼ਿਸ਼ ਕਰਦੇ ਹਨ। ਭਾਵ ਜਗਿਆਸੂ ਦੀ ਇੱਕ ਰਸ ਲਿਵ ਲਗਾ ਦਿੰਦੇ ਹਨ। ਉਤਮ ਸ਼ਬਦ ਸਵਾਰਨ ਹਾਰਾ, ਇਸੇ ਕਰਕੇ ਗੁਰੂ ਸਾਹਿਬ ਜੀ ਦਾ ਸ੍ਰੇਸ਼ਟ ਉਪਦੇਸ਼ ਜਗਿਆਸੂ ਦੇ ਜੀਵਨ ਨੂੰ ਸੁਧਾਰਨ ਵਾਲਾ ਹੈ, ਜਾਂ ਸਾਰੀ ਸ੍ਰਿਸ਼ਟੀ ਨੂੰ ਸੰਵਾਰਨ ਵਾਲਾ ਮੁਕਤ ਕਰਨ ਵਾਲਾ ਹੈ। ਇਸ ਏਕੇ ਕਾ ਜਾਣ ਪਿਓ, ਜਦ ਕੋਈ ਗੁਰਾਂ ਦੁਆਰਾ ਇਸ ਨਿਰਗੁਣ ਤੇ ਸਰਗੁਣ ਗੁਰੂ ਤੇ ਸਿੱਖ ਜੀਵ ਅਤੇ ਈਸ਼ ਦੇ ਏਕਤਾ ਦਾ ਭੇਤ ਜਾਣ ਲੈਂਦਾ, ਸਮਝ ਲੈਂਦਾ ਹੈ, ਉਹ ਐਸਾ ਨਿਸ਼ਚਾ ਕਰਦਾ ਹੈ ਕਿ ਆਪੇ ਕਰਤਾ ਆਪੇ ਦਿਓ, ਪਰਮੇਸ਼ਰ ਆਪ ਹੀ ਕਰਤਾ ਈਸ਼ਰ ਰੂਪ ਹੈ ਤੇ ਆਪ ਹੀ ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਜਾਂ ਇਸੇ ਪ੍ਰਕਾਰ ਆਪੇ ਕਰਤਾ ਆਪੇ ਦਿਓ, ਪਰਮੇਸ਼ਰ ਆਪ ਹੀ ਨਿਰਗੁਣ ਸਰੂਪ ਹੈ ਤੇ ਆਪ ਹੀ ਕਰਮਾਂ ਨੂੰ ਕਰਨ ਵਾਲਾ ਜੀਵ ਰੂਪ ਹੈ, ਤੇ ਆਪ ਹੀ ਸਭਨਾਂ ਨੂੰ ਫਲ ਦੇਣ ਵਾਲਾ ਈਸ਼ਰ ਰੂਪ ਹੈ। ਇਸੇ ਪ੍ਰਕਾਰ ਆਪੇ ਕਰਤਾ ਆਪੇ ਦਿਓ, ਪਰਮੇਸ਼ਰ ਆਪ ਹੀ ਉਪਦੇਸ਼ ਨੂੰ ਕਮਾਉਣ ਵਾਲਾ ਕਰਤਾ ਸਿੱਖ ਰੂਪ ਹੈ, ਆਪ ਹੀ ਬ੍ਰਹਮ ਗਿਆਨ ਦੇ ਦੇਣ ਵਾਲਾ ਪ੍ਰਕਾਸ਼ ਰੂਪ ਸਤਿਗੁਰੂ ਹੈ। ਉਗਵੈ ਸੂਰ ਅਸਰ ਸੰਘਾਰੈ, ਜਦ ਨਾਮ ਰੂਪੀ ਸੂਰਜ ਉਦੇ ਹੁੰਦਾ ਹੈ ਤਦੋਂ ਕਾਮ ਕ੍ਰੋਧ ਰੂਪ ਦੈਂਤਾਂ ਨੂੰ ਸੰਘਾਰੈ ਨਾਸ਼ ਕਰਦਾ ਹੈ। ਇਸੇ ਪ੍ਰਕਾਰ ਉਗਵੈ ਸੂਰ ਅਸਰ ਸੰਘਾਰੈ, ਜਦ ਜੀਵ ਦੇ ਹਿਰਦੇ ਵਿੱਚ ਅਪਰੋਗ ਗਿਆਨ ਰੂਪ ਸੂਰਜ ਉਹਦੇ ਪ੍ਰਗਟ ਹੁੰਦਾ ਤਦ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ ਤੇ ਚਾਰੇ ਅੰਤःਕਰਨ ਇਹਨਾਂ 14 ਦੈਂਤਾਂ ਦੇ ਵਿਸ਼ਿਆਂ ਦਾ ਜਾਂ ਆਸੁਰੀ ਸੰਪਦਾ ਦਾ ਸੰਘਾਰਾ ਨਾਸ਼ ਕਰ ਦਿੰਦਾ ਹੈ। ਅਤੇ ਜੋ ਦੇਖਾ ਸ਼ਬਦ ਵਿਚਾਰੈ, ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਤਿੰਨਾਂ ਗੁਣਾਂ ਤੋਂ ਅਤੀਤ ਉੱਚੇ ਪਰਮੇਸ਼ਰ ਦੇ ਸਾਚੇ ਤੇ ਆਨੰਦ ਸਰੂਪ ਨੂੰ ਵੇਖ ਲੈਂਦਾ ਹੈ। ਉਪਰਿਆ ਧਿਆਨ
ਅੰਤ ਤਹ ਲੋਏ। ਉਹ ਪਰਮੇਸ਼ਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਾਂ ਵਿਰਾਟ ਹਿਰਨ ਗਰਭ ਅਭਿਆਕ੍ਰਿਤ ਆਦਿਕ ਸਭਨਾਂ ਤੋਂ ਉੱਪਰ ਹੈ ਤੇ ਸਭ ਦਾ ਸ਼੍ਰੋਮਣੀ ਹੈ। ਆਦਿ ਵਿੱਚ ਅਦਿਸਟਾਨ ਸਰੂਪ, ਅੰਤ ਅਖੀਰ ਵਿੱਚ ਸਿਧਾਂਤ ਰੂਪ ਹੈ। ਔਰ ਹੁਣ ਵਰਤਮਾਨ ਸਮੇਂ ਵਿੱਚ ਵੀ ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ ਆਦਿਕ ਤੇ ਇਹੋ ਲੋਏ ਤਿੰਨਾਂ ਲੋਕਾਂ ਦਾ ਪ੍ਰਕਾਸ਼ਕ ਹੈ ਜਾਂ ਉਸ ਦੀ ਜਾਗਰਤ ਸੁਪਨ ਸੁਖੋਪ ਤਿੰਨੇ ਅਵਸਥਾ ਜਾਂ ਤਿੰਨੇ ਲੋਕਾਂ ਦੇ ਵਿੱਚ ਜੋਤ ਬਿਰਾਜਮਾਨ ਹੈ। ਆਪੇ ਕਰੈ ਕਥਾ ਸੁਣ ਸੋਏ। ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਫਿਰ ਉਹ ਆਪ ਹੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਨੂੰ ਗੁਰੂ ਸਰੂਪ ਹੋ ਕੇ ਕਥਨ ਕਰਨ ਵਾਲਾ ਹੈ ਤੇ ਆਪ ਹੀ ਜਗਿਆਸੂ ਰੂਪ ਹੋ ਕੇ ਸੁਣਦਾ ਹੈ। ਓਹ ਵਿਧਾਤਾ ਮਨ ਤਨ ਦੇ। ਉਹੀ ਪਰਮੇਸ਼ਰ ਕਰਮਾਂ ਅਨੁਸਾਰ ਫਲ ਪ੍ਰਦਾਤਾ ਹੈ ਤੇ ਮਨ ਤੇ ਤਨ ਦੇ ਅੰਦਰ ਆਪਣੀ ਚੇਤਨ ਸੱਤਾ ਦੇਣ ਵਾਲਾ ਹੈ। ਇਸੇ ਪ੍ਰਕਾਰ ਓ ਵਿਧਾਤਾ ਮਨ ਤਨ ਦੇ। ਉਹ ਜੋ ਫਲ ਪ੍ਰਦਾਤਾ ਪਰਮੇਸ਼ਰ ਹੈ ਉਹਨੂੰ ਮਨ ਤੇ ਤਨ ਭੇਟਾ ਕਰ ਦੇਣਾ ਕਰੀਏ ਜਾਂ ਮਨ ਦਾ ਮਾਣ, ਤਨ ਦਾ ਮਾਣ ਭੇਟਾ ਰੂਪ ਵਿੱਚ ਦੇਣਾ ਕਰੀਏ ਤਦ ਹੀ ਉਹ ਫਲ ਪ੍ਰਦਾਤੇ ਪਰਮੇਸ਼ਰ ਨੂੰ ਮਿਲੀਦਾ ਹੈ। ਓ ਵਿਧਾਤਾ ਮਨ ਮੁਖ ਸੋਏ। ਮਨ ਵੱਖਰਾ ਹੈ, ਮੁਖ ਵੱਖਰਾ ਹੈ। ਉਹ ਜੋ ਕਰਮਾਂ ਅਨੁਸਾਰ ਫਲ ਪ੍ਰਦਾਤਾ ਹੈ ਸੋ ਇਹ ਉਹ ਪਰਮੇਸ਼ਰ ਗੁਰਮੁਖਾਂ ਦੇ ਮਨ ਦੇ ਵਿੱਚ ਵੀ ਹੈ ਤੇ ਮੁਖ ਦੇ ਵਿੱਚ ਵੀ ਰਹਿੰਦਾ ਹੈ। ਮਤਲਬ ਮੁਖ ਦੁਆਰਾ ਜਦੋਂ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਤੇ ਮਨ ਦੇ ਵਿੱਚ ਵੀ ਉਹ ਵਸ ਜਾਂਦਾ ਹੈ। ਪ੍ਰਭ ਜਗ ਜੀਵਨ ਅਵਰਨ ਕੋਏ। ਉਹ ਪਰਮੇਸ਼ਰ ਜਗਤ ਦਾ ਜੀਵਨ ਰੂਪ ਹੈ, ਹੋਰ ਕੋਈ ਜਗਤ ਦਾ ਜੀਵਨ ਰੂਪ ਨਹੀਂ ਹੈ ਜਾਂ ਪਰਮੇਸ਼ਰ ਵਰਗਾ ਹੋਰ ਕੋਈ ਨਹੀਂ ਹੈ। ਨਾਨਕ ਨਾਮ ਰਤੇ ਪਤ ਹੋਏ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਜੋ ਅੰਮ੍ਰਿਤ ਨਾਮ ਦੇ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਾਂ ਉਹਨਾਂ ਨੂੰ ਪਾਤਾਬਰੂ ਹੁੰਦੀ ਹੈ, ਭਾਵ ਨਿਰਵਿਕਾਰ ਜੀਵਨ ਵਾਲੇ ਹੋ ਜਾਂਦੇ ਹਨ। ਜਿਵੇਂ ਸੰਸਕ੍ਰਿਤ ਵਿੱਚ ਰਿਰੀ ਆਉਂਦਾ ਹੈ, ਇਸ ਤਰ੍ਹਾਂ ਇੱਥੇ ਸਤਿਗੁਰੂ ਜੀ ਰਾਰੀ ਅੱਖਰ ਦੁਆਰਾ ਇੰਜ ਕਥਨ ਕਰਦੇ ਹਨ। ਰਾਜਨ ਰਾਮ ਰਮੈ ਹਿਤਕਾਰ। ਜੋ ਰਾਜਾ ਪ੍ਰਕਾਸ਼ ਰੂਪ ਰਮੀ ਹੋਏ ਪਰਮੇਸ਼ਰ ਦਾ ਨਾਮ ਪ੍ਰੇਮੀ ਬਣ ਕੇ ਜਾਂ ਪ੍ਰਭੂ ਨਾਲ ਪਿਆਰ ਪੈਦਾ ਕਰਾਉਣ ਵਾਲੇ ਸਤਿਗੁਰਾਂ ਦੇ ਦੁਆਰਾ ਉਚਾਰਨ ਕਰਦਾ ਹੈ। ਤ੍ਰਣ ਮਹਿ ਲੂਜੈ ਮਨੁਆ ਮਾਰ। ਉਹ ਸੰਸਾਰ ਰੂਪ ਯੁੱਧ ਭੂਮੀ ਦੇ ਵਿੱਚ ਕਾਮ ਆਦਿਕਾਂ ਦੇ ਨਾਲ ਲੜਨਾ ਕਰਦਾ ਹੈ, ਭਾਵ ਆਸੁਰੀ ਸੰਪਦਾ ਨੂੰ ਦੇਵੀ ਸੰਪਦਾ ਨਾਲ ਮਾਰਨਾ ਕਰਦਾ ਹੈ ਤੇ ਮਨੁਆ ਮਾਰ ਮਨ ਦੇ ਮੰਦੇ ਸੁਭਾਅ ਨੂੰ ਮਾਰਨਾ ਕਰਦਾ ਹੈ ਅਤੇ ਰਾਤ ਦਿਨ ਅੰਤਰ ਰੰਗ ਰਾਤਾਂ। ਦਿਨੇ ਰਾਤ, ਦਿਨ ਅਤੇ ਦਿਨ ਦੀ ਅੰਤ ਸਮੇਂ ਵਿੱਚ ਤੇ ਰਾਤ ਦੇ ਰਾਤ ਦੀ ਅੰਤ ਸਮੇਂ ਭਾਵ ਅੰਮ੍ਰਿਤ ਵੇਲੇ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਉਹ ਰੰਗਿਆ ਰਹਿੰਦਾ ਹੈ। ਇਸੇ ਪ੍ਰਕਾਰ ਰਾਤ ਦਿਨ ਅੰਤਰ ਰੰਗ ਰਾਤਾਂ। ਜੋ ਹਰ ਵਕਤ ਪ੍ਰਭੂ ਦੇ ਪ੍ਰੇਮ ਰੰਗ ਦੇ ਵਿੱਚ ਰਤਿਆ ਰਹਿੰਦਾ ਹੈ ਉਹਦੀ ਅਵਿਦਿਆ ਰੂਪ ਰਾਤ ਦਾ ਅੰਤ ਹੋ ਜਾਂਦਾ ਹੈ ਤੇ ਬ੍ਰਹਮ ਗਿਆਨ ਰੂਪੀ ਦਿਨ ਚੜ੍ਹ ਜਾਂਦਾ ਹੈ। ਤੀਨ ਭਵਨ ਜੁਗ ਚਾਰੇ ਜਾਤਾਂ। ਸੋ ਤੀਨ ਭਵਨ ਜੋ ਗੁਰਮੁਖ ਜਾਣੇ ਉਹ ਤਿੰਨ ਭਵਨ ਤਿੰਨਾਂ ਲੋਕਾਂ ਦੇ ਵਿੱਚ ਅਤੇ ਚਾਰੇ ਯੁੱਗਾਂ ਦੇ ਵਿੱਚ ਪਰਮੇਸ਼ਰ ਨੂੰ ਵਿਆਪਕ ਜਾਣਦੇ ਹਨ। ਜੋ ਅਕਾਲ ਪੁਰਖ ਵਾਹਿਗੁਰੂ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਚੌਹਾਂ ਯੁੱਗਾਂ ਦੇ ਵਿੱਚ ਵਿਆਪਕ ਜਾਣਿਆ ਹੈ ਉਹਨਾਂ ਨੂੰ
ਤਿੰਨਾਂ ਭਵਨਾਂ ਵਿੱਚ ਮਾਲਕ ਪਰਮੇਸ਼ਰ ਪ੍ਰਤੀਤ ਹੁੰਦਾ ਹੈ। ਇਸੇ ਪ੍ਰਕਾਰ ਤੀਨ ਭਵਨ ਜੁਗ ਚਾਰੇ ਜਾਤਾ, ਜਿਨ੍ਹਾਂ ਨੇ ਵੈਰਾਗ ਵਿਵੇਕ ਆਦਿਕ ਚੌਂ ਸਾਧਨਾਂ ਦੇ ਸੰਯੁਕਤ ਹੋ ਕੇ ਉਸ ਪ੍ਰਭੂ ਨੂੰ ਜਾਣਿਆ ਹੈ, ਜੋ ਪ੍ਰਭੂ ਤਿੰਨਾਂ ਅਵਸਥਾ ਦਾ ਪ੍ਰਕਾਸ਼ਕ ਹੈ ਜਾਂ ਸਾਰੇ ਭਵਨਾਂ ਦਾ ਸੁਆਮੀ ਹੈ। ਜਿਨ ਜਾਤਾ ਸੋ ਤਿਸ ਹੀ ਜਿਹਾ, ਜਿਸ ਨੇ ਵਾਹਿਗੁਰੂ ਦੇ ਸਰੂਪ ਨੂੰ ਜਾਤਾ ਜਾਣਿਆ ਹੈ, ਉਹ ਜਾਣਨ ਵਾਲਾ ਉਲਟ ਕੇ ਤਿਸ ਵਾਹਿਗੁਰੂ ਵਰਗਾ ਹੀ ਹੋ ਜਾਂਦਾ ਹੈ। ਹਤ ਨਿਰਮਾਇਲਾ ਸੀ ਜਸ ਦੇਹਾ, ਉਹ ਅਤਿਅੰਤ ਉਜਲ ਮਨ ਵਾਲਾ ਹੈ ਅਤੇ ਕਾਰਨ ਸੂਖਮ ਸਥੂਲ ਦੇਹਾਂ ਤੋਂ ਸੀਜਸ ਮੁਕਤ ਹੋ ਜਾਂਦਾ ਹੈ। ਇਸੇ ਪ੍ਰਕਾਰ ਅਤ ਨਿਰਮਾਇਲਾ ਸੀ ਜਸ ਦੇਹਾ, ਉਹ ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਮੈਲ ਤੋਂ ਰਹਿਤ ਅਤਿਅੰਤ ਉਜਲ ਜੀਵਨ ਵਾਲਾ ਹੈ ਅਤੇ ਉਸ ਦੀ ਜੋ ਦੇਹਾ ਕਾਇਆ ਇਹ ਵੀ ਸੀਜਸ ਸਫਲ ਹੋ ਗਈ ਹੈ ਜਾਂ ਅਤਿਅੰਤ ਉਜਲ ਸਰੂਪ ਪਰਮੇਸ਼ਰ ਦੇਹ ਦੇ ਵਿੱਚ ਹੀ ਸਿੱਝ ਆਉਂਦਾ ਦਿਸ ਆਉਂਦਾ ਹੈ। ਰਹਸੀ ਰਾਮ ਹਿਰਦੈ ਇਕ ਪਾਏ, ਜਿਸ ਨੂੰ ਰਾਮ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਇੱਕ ਰਸ ਪ੍ਰੇਮ ਨਾਲ ਉਚਾਰਨ ਕਰਨੇ ਕਰਕੇ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ, ਜਾਂ ਜੋ ਰਹਿਸੀ ਸਿਧਾਂਤ ਦੇ ਰਹੱਸ ਨੂੰ ਜਾਣ ਲੈਂਦਾ ਹੈ। ਅੰਤਰ ਸ਼ਬਦ ਸਾਚਲ ਬੁਲਾਏ, ਉਹ ਗੁਰਮੁਖ ਜਨ ਹਿਰਦੇ ਦੇ ਵਿੱਚ ਗੁਰੂ ਉਪਦੇਸ਼ ਦੁਆਰਾ ਸਦਾ ਸੱਚੇ ਨਾਲ ਬਿਰਤੀ ਲਾ ਕੇ ਰੱਖਦਾ ਹੈ, ਜਾਂ ਗੁਰਮੁਖ ਜਨ ਗੁਰਾਂ ਦੁਆਰਾ ਸੱਚੇ ਵਿੱਚ ਲਿਵ ਨੂੰ ਲਾਉਣਾ ਕਰਦਾ ਹੈ। ਸੱਚੇ ਨਾਮ ਦੇ ਵਿੱਚ ਬਿਰਤੀ ਲਾਉਣੇ ਕਰਕੇ ਸੱਚਾ ਬ੍ਰਹਮ ਉਸ ਦੇ ਹਿਰਦੇ ਅੰਦਰ ਪ੍ਰਗਟ ਹੋ ਆਉਂਦਾ ਹੈ। ਰੋਜ਼ ਨ ਕੀਜੈ ਅੰਮ੍ਰਿਤ ਪੀਜੈ, ਇਹ ਭਾਈ ਪਰਮੇਸ਼ਰ ਦੇ ਬਾਣੀ ਵਿੱਚ ਚੱਲਣਾ ਕਰੋ, ਕਦੇ ਵੀ ਕਿਸੇ ਨਾਲ ਨਾਰਾਜ਼ਗੀ ਨਾ ਕਰੋ ਕਿ ਫਲਾਣੇ ਨੇ ਮੈਨੂੰ ਆਹ ਕੀਤਾ ਉਹ ਕੀਤਾ, ਉਹਨੇ ਮੇਰਾ ਨੁਕਸਾਨ ਕਰਦਾ, ਉਹਨੇ ਮੇਰਾ ਬੁਰਾ ਕੀਤਾ, ਉਹ ਮੈਨੂੰ ਵੇਖ ਕੇ ਸਿਖਾਉਂਦਾ ਨਹੀਂ। ਇੰਜ ਕਦੀ ਵੀ ਨਾ ਸੋਚੋ। ਮਨ ਦਾ ਆਰਾਮ ਇਸੇ ਗੱਲ ਵਿੱਚ ਹੈ ਕਿ ਜਿਸ ਨਾਲ ਸਾਡਾ ਵਾਹ ਪੈਣਾ ਹੈ, ਮਤਲਬ ਜੇ ਤੋਂ ਬਗੈਰ ਸਾਡਾ ਸਰਦਾ ਨਹੀਂ ਹੈ, ਪਤਾ ਰਹਿਣਾ ਇੱਥੇ ਹੀ ਹੈ, ਇੱਕ ਦੂਜੇ ਦੇ ਮੂੰਹ ਮੱਥੇ ਲੱਗਣਾ ਹੈ ਅਤੇ ਗੱਲਬਾਤ ਵੀ ਕਰਨੀ ਪੈਣੀ ਹੈ, ਕੰਮ ਵੀ ਇੱਕ ਦੂਜੇ ਤੋਂ ਲੈਣਾ ਪੈਣਾ। ਫਿਰ ਹਮੇਸ਼ਾ ਹੀ ਉਹਦੇ ਬਾਰੇ ਪਲੱਸ ਸੋਚੋ। ਜੇ ਤੁਸੀਂ ਸੁੱਖ ਦੀ ਨੀਂਦੇ ਸੌਣਾ ਚਾਹੁੰਦੇ ਹੋ ਔਰ ਮਨ ਨੂੰ ਹਮੇਸ਼ਾ ਰਿਲੈਕਸ ਵੇਖਣਾ ਚਾਹੁੰਦੇ ਹੋ, ਤਾਂ ਜਿਨ੍ਹਾਂ ਨਾਲ ਵਾਹ ਪੈਣਾ ਹੈ, ਭਾਵੇਂ 100 ਬੰਦਾ ਉਹਨੂੰ ਬੁਰਾ ਆਖੇ, ਉਹਨਾਂ ਨੂੰ ਦਬਕਾ ਮਾਰ ਕੇ ਚੁੱਪ ਕਰਾ ਦਿਓ ਵੀ ਚੁੱਪ ਕਰ ਜਾ, ਤੂੰ ਕਦ ਵੇਖਿਆ, ਇਸ ਤਰ੍ਹਾਂ ਦਾ ਹੈ ਹੀ ਨਹੀਂ। ਅੱਖੀਂ ਵੇਖ ਕੇ ਵੀ ਮੂੰਹ ਪਰਾਂ ਕਰਕੇ ਉਹਨੂੰ ਚੰਗਾ ਸਮਝੋ। ਆਪਾਂ ਅਰਦਾਸ ਦੇ ਵਿੱਚ ਭਲਾ ਕੀ ਮੰਗਦੇ ਹਾਂ? ਮੇਰੇ ਖਿਆਲ ਮੁਤਾਬਕ ਅਰਦਾਸ ਤਾਂ ਇੱਕ ਆਪਾਂ ਪੜ੍ਹਾਈ ਦੀ ਤਰ੍ਹਾਂ ਪੜ੍ਹੀ ਹੋਈ ਹੈ, ਉਹਦੇ ਅਰਥਾਂ ਨੂੰ ਧਾਰਨ ਨਹੀਂ ਕਰਦੇ। ਮਹਾਰਾਜ ਕਹਿੰਦੇ ਜਿਨ੍ਹਾਂ ਵੇਖ ਕੇ ਅੰਡਿਠ ਕੀਤਾ, ਕੀ ਮਤਲਬ ਇਹਦਾ ਕੱਢ ਦਿਓ। ਜਿੱਥੋਂ ਤੱਕ ਮੈਨੂੰ ਸਮਝ ਆਈ ਹੈ, ਵੇਖ ਕੇ ਅੰਡਿਠ ਦਾ ਮਤਲਬ ਤਾਂ ਇਹੀ ਹੈ ਵੀ ਜੋ ਕੁਛ ਹੋ ਰਿਹਾ ਹੈ, ਭਾਵੇਂ ਚੰਗਾ ਹੋ ਰਿਹਾ ਅਤੇ ਭਾਵੇਂ ਬੁਰਾ ਹੋ ਰਿਹਾ, ਮਾਫ਼ ਕਰਨਾ ਬੁਰਾ ਤਾਂ ਹੁੰਦਾ ਹੀ ਨਹੀਂ, ਕਿਉਂਕਿ ਰੱਬ ਕਰ ਰਿਹਾ। ਜੇ ਆਪਾਂ ਸਮਝਦੇ ਹਾਂ ਕਿ ਪਰਮਾਤਮਾ ਕਰ ਰਿਹਾ, ਫਿਰ ਆਪਾਂ ਇਹ ਕਿਉਂ ਕਹਿੰਦੇ ਹਾਂ ਬੁਰਾ ਹੋ ਰਿਹਾ? ਮਤਲਬ ਚੰਗਾ ਸਮਝਣਾ ਚਾਹੀਦਾ ਹੈ। ਤੋ ਇਸ ਲਈ ਵੇਖ ਕੇ ਵੀ ਅੰਡਿਠ ਕਰ ਦੇਣਾ, ਇਹੀ ਮਨ ਦਾ ਆਰਾਮ ਹੈ। ਸੋ ਜਿਨ੍ਹਾਂ ਦੇ ਨਾਲ ਵਾਹ ਪੈਣਾ ਹੈ, ਉਹਨਾਂ ਨੂੰ ਚੰਗਾ ਸਮਝੋ। ਘਰਾਂ ਦੇ ਵਿੱਚ 100 ਵਿੱਚੋਂ 99% ਲੜਾਈਆਂ ਇੱਕ ਦੂਜੇ ਉੱਪਰ ਸ਼ੱਕ ਕਰਨ ਤੋਂ ਹੁੰਦੀਆਂ ਨੇ, ਕਿਉਂਕਿ ਜਿਨ੍ਹਾਂ ਦੇ ਕੋਲ ਹਮੇਸ਼ਾ ਰਹਿਣਾ ਹੁੰਦਾ
ਤੋ ਕਈ ਵਾਰ ਕਿਸੇ ਹੋਰ ਤੋਂ ਗੱਲਬਾਤ ਸੁਣ ਕੇ ਆਪਾਂ ਯਕੀਨ ਕਰ ਲੈਂਦੇ ਹਾਂ, ਤੋ ਬਿਨਾਂ ਸਪਸ਼ਟੀਕਰਨ ਲੈਣ ਤੋਂ, ਬਿਨਾਂ ਤਫਸੀਸ਼ ਤੋਂ ਤੇ ਬੁਰਾ ਕਹਿਣਾ ਸ਼ੁਰੂ ਕਰ ਦਿੰਦੇ ਆ, ਬੁਰਾ ਸਮਝਣਾ ਸ਼ੁਰੂ ਕਰ ਦਿੰਦੇ ਆ। ਇਹੀ ਲੜਾਈ ਦਾ ਕਾਰਨ ਬਣਦਾ ਹੈ। ਇਸ ਲਈ ਜਿਨ੍ਹਾਂ ਨਾਲ ਵਾਹ ਪੈਣਾ ਉਹਨਾਂ ਨੂੰ ਚੰਗਾ ਸਮਝੀਏ, ਅਤੇ ਜਿਨ੍ਹਾਂ ਦੇ ਨਾਲੋਂ ਵਾਹ ਟੁੱਟ ਸਕਦਾ ਹੈ, ਜਿਨ੍ਹਾਂ ਨਾਲੋਂ ਤੋੜ ਸਕਦੇ ਹੋ ਤੋੜ ਦਿਓ, ਜਿਨ੍ਹਾਂ ਤੋਂ ਬਚਿਆ ਜਾ ਸਕਦਾ ਬਚੋ। ਇਹੀ ਮਨ ਦਾ ਆਰਾਮ ਹੈ। ਜੇ ਬਹੁਤਿਆਂ ਨਾਲ ਸੰਬੰਧ ਰੱਖਾਂਗੇ, ਬਹੁਤਿਆਂ ਨਾਲ ਮਿੱਤਰਤਾ ਦੋਸਤੀ ਕਰਾਂਗੇ, ਤਾਂ ਮਨ ਹਮੇਸ਼ਾ ਬੇਆਰਾਮ ਰਹੇਗਾ, ਬਿਮਾਰ ਰਹੇਗਾ। ਅਤੇ ਇਸ ਲਈ ਕਿਉਂਕਿ ਚੰਗੇ ਮਾੜੇ ਤਾਂ ਸਾਰੇ ਹੀ ਨੇ। ਸਤਿਗੁਰੂ ਨਾਨਕ ਦੇਵ ਜੀ ਦਾ ਮਤ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਮਤ ਨਾਨਕ ਤਾਰੇ ਸੋਏ। ਜੋ ਕੁਝ ਵੇਖਦੇ ਹੋ ਸੋ ਉਹ ਮਹਾਰਾਜ ਦਾ ਭਾਣਾ ਸਮਝੋ। ਹੇ ਭਾਈ, ਸਤਿਗੁਰੂ ਫਰਮਾਉਂਦੇ ਨੇ ਰੋਸ ਨਾ ਕੀਜੈ, ਕਦੇ ਕਿਸੇ ਨਾਲ ਰੋਸ ਨਾ ਕਰੋ, ਨਾਰਾਜ਼ਗੀ ਨਾ ਕਰੋ, ਕਿਉਂਕਿ ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਾਣਾ। ਉਹਦੇ ਵਾਹਿਗੁਰੂ ਦੇ ਭਾਣੇ ਵਿੱਚ ਚੱਲਣਾ ਕਰੋ, ਅਤੇ ਮਨ ਪ੍ਰਸੰਨ ਕਰਕੇ ਅੰਮ੍ਰਿਤ ਪੀਜੈ, ਨਾਮ ਅੰਮ੍ਰਿਤ ਨੂੰ ਪੀਣਾ ਕਰੋ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਕੋਈ ਦੂਜਾ ਤੀਜਾ ਦੁੱਕੀ ਤਿੱਕੀ ਨੂੰ ਕਦੀ ਵੀ ਨਾ ਆਪਦੀਆਂ ਅੱਖਾਂ ਹੇਠ ਲਿਆਓ, ਕਦੀ ਵੀ ਨਾ ਜਾਣੋ। ਆਪਦੇ ਗੁਰੂ ਗੋਬਿੰਦ ਸਿੰਘ ਨੂੰ ਅੱਖਾਂ ਸਾਹਮਣੇ ਰੱਖ ਕੇ ਉਹਦੇ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਛਕ ਕੇ, ਅਤੇ ਗੁਰੂ ਮਹਾਰਾਜ ਦੀ ਬਖਸ਼ੀ ਦਾਤ ਗੁਰਬਾਣੀ ਅੰਮ੍ਰਿਤ ਨੂੰ ਹਮੇਸ਼ਾ ਹੀ ਪੀਣਾ ਕਰੋ। ਜਿਹੜਾ ਬਾਣੀ ਪੜ੍ਹਨ ਵਾਲਾ ਹੈ ਉਹ ਤਾਂ ਆਪਦੀ ਰਚਨਾ ਨੂੰ ਬਾਣੀ ਵਿੱਚ ਬਿਜ਼ੀ ਰੱਖਦਾ, ਉਹਨੂੰ ਕਿਸੇ ਨੂੰ ਬੁਰਾ ਕਹਿਣ ਦਾ ਸਮਾਂ ਹੀ ਨਹੀਂ ਮਿਲਦਾ। ਕੰਨਾਂ ਦੇ ਨਾਲ ਗੁਰਬਾਣੀ ਨੂੰ ਸੁਣਦਾ ਰਹਿੰਦਾ, ਨਿੰਦਿਆ ਚੁਗਲੀ ਸੁਣਦਾ ਉਹਦੇ ਕੋਲ ਸਮਾਂ ਹੀ ਨਹੀਂ ਹੈ। ਤੋ ਇਸ ਲਈ ਮਹਾਰਾਜ ਕਹਿੰਦੇ ਨੇ, ਰਹਿਣ ਨਹੀਂ ਸੰਸਾਰੇ, ਨਾਮ ਅੰਮ੍ਰਿਤ ਪੀ ਕੇ ਆਪ ਦਾ ਮਨੁੱਖਾ ਜਨਮ ਸਫਲਾ ਕਰੋ। ਕਿਉਂਕਿ ਇਹ ਜਗਤ ਦੇ ਵਿੱਚ ਹਮੇਸ਼ਾ ਕਿਸੇ ਨੇ ਵੀ ਨਹੀਂ ਰਹਿਣਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਬੁਰੇ ਵੀ ਤੁਰ ਜਾਣਗੇ, ਚੰਗੇ ਵੀ ਤੁਰ ਜਾਣਗੇ। ਇਸ ਲਈ ਆਪ ਦਾ ਸਮਾਂ ਖਰਾਬ ਕਿਉਂ ਕਰਨਾ ਹੈ? ਰਹਿਣਾ ਤਾਂ ਹੈ ਨਹੀਂ ਇਸ ਸੰਸਾਰ ਦੇ ਵਿੱਚ। ਜਾਂ ਤਾਂ ਹਮੇਸ਼ਾ ਰਹਿਣਾ ਹੋਵੇ ਤਾਂ ਤੰਬੂ ਤਾਣ ਕੇ ਅਤੇ ਬੰਦਾ ਬੁਰੇ ਭਲੇ ਵਿੱਚ ਪਏ, ਜਾਂ ਤੁਰ ਜਾਣਾ ਹੈ ਤਾਂ ਫਿਰ ਕਿਸੇ ਨੂੰ ਬੁਰਾ ਭਲਾ ਕਹਿਣ ਦੀ ਕੀ ਲੋੜ ਹੈ? ਆਪਦੇ ਮਤੇ ਦੇ ਵਿੱਚ ਆਪ ਦਾ ਆਪ ਸਵਾਰ ਕੇ ਰੱਖੇ। ਫਰੀਦਾ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਜੇ ਅਸੀਂ ਆਪਣਾ ਆਪ ਸਵਾਰ ਲਵਾਂਗੇ ਤਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਜਦੋਂ ਪ੍ਰਾਪਤੀ ਹੋ ਗਈ ਤਦੋਂ ਮਨ ਸ਼ਾਂਤ ਹੋ ਜਾਏਗਾ। ਰਾਜੇ ਰਾਏ ਰੰਗ ਨਹੀਂ ਰਹਿਣਾ। ਰਜਵਾੜੀਆਂ ਦੇ ਮਾਲਕ ਰਾਜੇ ਜਿਹੜੇ ਨੇ, ਰਾਏ ਖਿਤਾਬ ਵਾਲੇ, ਰਾਏ ਟਿੱਕੇ, ਰੰਗ ਕੰਗਾਲ ਆਦਿਕ, ਕਿਸੇ ਨੇ ਵੀ ਸਦਾ ਸੰਸਾਰ 'ਤੇ ਨਹੀਂ ਰਹਿਣਾ ਹੈ। ਆਏ ਜਾਏ ਜੁਗ ਚਾਰੇ, ਇਸੇ ਤਰ੍ਹਾਂ ਚਾਰੇ ਯੁੱਗਾਂ ਦੇ ਵਿੱਚ ਜੀਵ ਜੰਮ ਕੇ ਆਉਂਦੇ, ਮਰ ਕੇ ਜਾਂਦੇ ਰਹਿੰਦੇ ਹਨ। ਜਾਂ ਜਿਵੇਂ ਚਾਰੇ ਯੁੱਗਾਂ ਵਿੱਚ ਜੀਵ ਆਉਂਦੇ ਨੇ, ਇਵੇਂ ਚਲੇ ਜਾ ਰਹੇ ਹਨ। ਚਾਰੇ ਯੁੱਗ ਵੀ ਬਦਲ ਕੇ ਆਉਂਦੇ ਜਾਂਦੇ ਰਹਿੰਦੇ ਹਨ। ਰਹਿਣ ਕਹਿਣ ਤੇਰਾ ਨ ਕੋਈ। ਸਾਰੇ ਕਹਿੰਦੇ ਨੇ ਕਿ ਅਸੀਂ ਜੱਗ ਵਿੱਚ ਰਹਿਣਾ ਹੈ, ਰਹਿਣਾ ਹੈ, ਰਹਿਣਾ ਹੈ। ਇੰਝ ਕਹਿਣ ਨਾਲ ਤਾਂ ਕੋਈ ਸੰਸਾਰ 'ਚ ਰਹਿੰਦਾ ਨਹੀਂ ਹੈ। ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜੇ ਸਾਸਨ ਹਮ ਬੈਠੇ ਕਿਤੇ ਬੈਸ ਗਿਆ। ਜੇ ਸਾਸਨ ਦੇ ਅਸੀਂ ਚੌਂਕੜਾ ਮਾਰ ਕੇ ਬੈਠੇ ਹੋਏ ਹਾਂ, ਕਿੰਨੇ ਹੀ ਬਹਿ ਕੇ ਇੱਥੇ ਚਲੇ ਗਏ। ਪਹਿਲੇ ਨਹੀਂ ਰਹੇ, ਰਹਿਣਾ ਅਸੀਂ ਵੀ ਨਹੀਂ ਹੈ। ਇਸੇ ਤਰ੍ਹਾਂ ਰਹਿਣ ਕਹਿਣ ਤੇਰਾ ਨ ਕੋਈ। ਸੰਸਾਰ ਵਿੱਚ ਰਹਿਣਾ ਤਾਂ ਸਭ ਕੋਈ ਕਹਿੰਦਾ ਹੈ ਕਿ ਸਦਾ ਇੱਥੇ ਰਹੀਏ, ਅਤੇ ਕਾਰੋ ਵਿਹਾਰ ਵੀ ਇਸੇ ਤਰ੍ਹਾਂ ਹੀ ਕਰਦੇ ਹਨ ਕਿ ਕਦੇ ਮਰਨਾ ਨਹੀਂ ਹੈ, ਪਰ ਰਹਿੰਦਾ ਕੋਈ ਵੀ ਨਹੀਂ ਹੈ।
ਇਸੇ ਪ੍ਰਕਾਰ ਰਹਿਣ ਕਹਿਣ ਤੇਰਾ ਨ ਕੋਈ। ਜੋ ਪਰਮੇਸ਼ਰ ਦੇ ਸ਼ਬਦ ਦੀ ਰਹਿਣੀ ਹੈ, ਕਈ ਸਭ ਕੋਈ ਜਾਂਦਾ ਹੈ ਕਿ ਅਹੰ ਬ੍ਰਹਮ ਅਸਮੀ, ਪਰ ਰਹਿਣੀ ਤੇ ਰਹਿੰਦੇ ਨਹੀਂ ਹਨ। ਇਸੇ ਪ੍ਰਕਾਰ ਰਹਿਣ ਕਹਿਣ ਤੇਰਾ ਨ ਕੋਈ। ਰਹਿਤ ਬਿਨਾ ਨੇ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਮੇਰੇ ਵਰਗੇ ਪ੍ਰਚਾਰਕ ਬੋਲੀ ਤਾਂ ਜਾਂਦੇ ਨੇ ਇਸ ਤਰ੍ਹਾਂ, ਪਰ ਆਪਦੀ ਰਹਿਣੀ ਉਹਨਾਂ ਦੀ ਹੈ ਹੀ ਨਹੀਂ। ਪ੍ਰਚਾਰ ਦੀ ਘਾਟ ਨਹੀਂ, ਪ੍ਰਚਾਰਕਾਂ ਦੀ ਰਹਿਣੀ ਦੀ ਘਾਟ ਹੈ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਸਾਡੇ ਚੋਂ ਕਿੰਨੇ ਕੁ ਵਾਹਿਗੁਰੂ ਵਾਹਿਗੁਰੂ ਕਰਕੇ ਆਏ ਨੇ, ਮਤਲਬ ਨਹੀਂ ਜਪਿਆ ਜਾਂਦਾ ਹੈ, ਸਰੀਰ ਢਿੱਲਾ ਮੱਠਾ ਹੈ, ਉੱਠਿਆ ਹੀ ਨਹੀਂ ਜਾਂਦਾ। ਚੌਂਕੜਾ ਮਾਰਨਾ ਬੜਾ ਔਖਾ ਹੈ, ਵਾਹਿਗੁਰੂ ਕਹਿਣਾ ਸਭ ਤੋਂ ਕਠਿਨ ਹੈ। ਇਸ ਲਈ ਸੋ ਸਿੱਖ ਕਹਿਣ ਮਾਤਰ ਹਾਂ, ਪਰ ਸਿੱਖ ਦੀ ਰਹਿਣੀ ਆਪਾਂ ਰਹਿ ਨਹੀਂ ਰਹੇ। ਉੱਠ ਕੇ ਵਾਹਿਗੁਰੂ ਨਹੀਂ ਆਖਿਆ ਜਾਂਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਿਰਾਸ ਧਿਆਈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਾਂ ਨਾਨਕ ਤੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਇਉਂ ਰਹਿਣੀ ਕਈ ਤਾਂ ਸਭ ਕੋਈ ਜਾਂਦਾ ਹੈ, ਪਰ ਰਹਿਣੀ ਰੱਖੀ ਨਹੀਂ ਜਾਂਦੀ। ਰਹਿਤ ਰਹਿਤ ਜੈ ਰਹਿ ਜਾਹੇ ਬਿਕਾਰਾ, ਬਿਕਾਰਾਂ ਵੱਲੋਂ ਰਿਹਾ ਨਹੀਂ ਜਾਂਦਾ ਹੈ। ਕਿਸ ਪਹਿ ਕਰੋ ਬੇਨੰਤੀ। ਇਸ ਲਈ ਆਪ ਦੀ ਹਾਲਤ ਦੀ ਜਿਹੜੀ ਕਥਨ ਕਰਨਾ ਹੈ, ਜਿਹੜਾ ਬਿਆਨ ਕਰਨਾ ਆਪ ਦੇ ਬਾਰੇ, ਹੁਣ ਸ਼ਰਮ ਵਾਲੀ ਗੱਲ ਹੈ ਜੇ ਸਾਰੀ ਸੰਗਤ ਨੂੰ ਦਸੀਏ। ਅਤੇ ਆਪ ਦੇ ਗੁਰੂ ਦੇ ਕੋਲ ਅਰਦਾਸ ਕਰੋ, ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੋ ਵੀ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਜੀਵਨ ਦਾਨ ਦਿਓ ਜੀ। ਇਹਦੇ ਕੋਲ ਹੋਰ ਜਾ ਕੇ ਬੇਨਤੀ ਕਰੀਏ ਮਹਾਰਾਜ ਤੋਂ ਬਗੈਰ? ਬਾਕੀ ਤਾਂ ਸਭ ਧਾਰਨਾ ਤੋਂ ਖਾਲੀ ਹੋਏ ਦਿਖਦੇ ਨੇ। ਮਤਲਬ ਆਪਦੀ ਢਲਿਆਈ ਤਾਂ ਕਿਸੇ ਨੂੰ ਤਾਂ ਦਸੀਏ ਜੇ ਅਗਲਾ ਪੂਰਾ ਹੋਵੇ। ਤੋ ਇਸ ਵਾਸਤੇ ਰਹਿਣੀ ਦੇ ਵਿੱਚ ਤਾਂ ਗੁਰੂ ਸਾਹਿਬ ਹੀ ਪੂਰੇ ਨੇ। ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਮਹਾਰਾਜ ਜੋ ਆਪ ਨੇ ਰਹਿਤ ਬਹਿਤ ਬਖਸ਼ੀ ਹੈ, ਉਹਦੇ ਵਿੱਚ ਕਿਰਪਾ ਕਰਕੇ ਸਾਨੂੰ ਚੱਲਣ ਦਾ ਬਲ ਬਖਸ਼ੋ ਜੀ। ਏਕ ਸ਼ਬਦ ਰਾਮ ਨਾਮ ਨਿਰੋਧਰ। ਇੱਕ ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਸੰਸਾਰ ਸਮੁੰਦਰ ਤੋਂ ਨਿਰਵਿਸ਼ੇਸ਼ ਕਰਕੇ ਉਧਾਰ ਕਰਨੇ ਵਾਲਾ ਹੈ, ਜਾਂ ਇੰਦਰੀਆਂ ਦਾ ਨਿਰੋਧ ਕਰਨ ਵਾਲਾ, ਜਾਂ ਨਿਰਾ ਉਧਾਰ ਕਰਨ ਵਾਲਾ ਹੈ। ਗੁਰਦੇਵ ਪਤ ਮਤੀ। ਪਰ ਜਿਸ ਨੂੰ ਸਤਿਗੁਰੂ ਸਾਹਿਬ ਜੀ ਨਾਮ ਅੰਮ੍ਰਿਤ ਦੀ ਦਾਤ ਦਿੰਦੇ ਨੇ, ਉਹਦੀ ਜਿਹੜੀ ਮਤੀ ਬੁੱਧੀ ਦੇ ਵਿੱਚ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਜਾਂ ਉਹੀ ਸ੍ਰੇਸ਼ਟ ਮੱਤ ਦੇ ਇੱਜ਼ਤ ਵਾਲਾ ਹੁੰਦਾ ਹੈ। ਅੱਜ ਇੰਨੀ ਹੀ ਕਥਾ ਬਹੁਤ ਹੈ। 11 ਪੌੜੀਆਂ ਤੱਕ ਆਪਣੇ ਦੱਖਣੀ ਓਅੰਕਾਰ ਨਾਮੀ ਗੁਰਬਾਣੀ ਦੀ ਕਥਾ ਨੂੰ ਸਰਵਣ ਕੀਤਾ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਰਹਿਣ ਕਹਿਣ ਤੇਰਾ ਨ ਕੋਈ, ਕਿਸ ਪੈ ਕਰੋ ਬੇਨੰਤੀ। ਏਕ ਸ਼ਬਦ ਰਾਮ ਨਾਮ ਨਿਰੋਧਰ, ਗੁਰਦੇਵੈ ਪਤ ਮਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।